प्यारे बच्चों, इस वीडियो ਵਿੱਚ ਅਸੀਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ 11 ਨਵੰਬਰ 2020 ਨੂੰ ਹੋਏ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੈਸ ਦੇ ਫਾਈਨਲ ਪੇਪਰ ਦਾ ਹੱਲ ਕਰਾਂਗੇ। ਪੈਰਾ ਪੜ੍ਹ ਕੇ 1 ਤੋਂ 5 ਤੱਕ ਦੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ। ਲੋਹੜੀ ਤੋਂ ਦੂਜੇ ਦਿਨ ਮਾਘੀ ਇੱਕ ਨਾਲ ਲੱਗਮਾ ਤਿਉਹਾਰ ਹੁੰਦਾ ਹੈ। ਮੇਰੇ ਪਿੰਡ ਦੇ ਲੋਕ ਪੋਹ ਦੇ ਮਹੀਨੇ ਕੋਈ ਵਿਆਹ ਸ਼ਾਦੀ ਨਹੀਂ ਕਰਦੇ। ਅਖੇ ਇਹ ਠੰਡਾ ਮਹੀਨਾ ਹੈ, ਇਸ ਕਰਕੇ ਇਸ ਮਹੀਨੇ ਦਾ ਹੀ ਨਹੀਂ ਸਗੋਂ ਸਾਰੇ ਸਾਲ ਦਾ ਵਿਆਹਾਂ ਦਾ ਸਾਹਾ ਮਾਘ ਵਿੱਚ ਕੱਢਿਆ ਜਾਂਦਾ ਹੈ। ਮਾਘ ਦੇ ਮਹੀਨੇ ਪੁੰਨ ਦਾਨ ਕਰਨ ਨਾਲ ਕਹਿੰਦੇ ਨੇ ਬਹੁਤ ਫਲ ਮਿਲਦਾ ਹੈ ਤੇ ਕੰਨਿਆਦਾਨ ਨਾਲੋਂ ਹੋਰ ਦਾਨ ਵੀ ਕਿਹੜਾ ਵੱਡਾ ਹੋ ਸਕਦਾ ਹੈ। ਇਸ ਲਈ ਬਹੁਤੇ ਵਿਆਹ, ਮੁਕਲਾਵੇ ਤੇ ਮੰਗਣੇ ਇਸੇ ਮਹੀਨੇ ਹੀ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਆਰੰਭ ਮਾਘੀ ਵਾਲੇ ਦਿਨ ਤੋਂ ਹੋ ਜਾਂਦਾ ਹੈ। ਮਾਘੀ ਦੀ ਸਵੇਰ ਤੀਰਥ ਇਸ਼ਨਾਨ ਕਰਨਾ ਮਹਾਨ ਪੁੰਨ ਹੈ। ਇਸ ਲਈ ਜਦੋਂ ਬਹੁਤ ਸਾਰੇ ਪੁੰਨ ਧਰਮੀ ਪਹਿਰ ਦੇ ਤੜਕੇ ਦੂਰ ਦੁਰਾਡੇ ਇਸ਼ਨਾਨ ਕਰਕੇ ਜਲ ਮਿਲਿਆ ਪਰਮੇਸ਼ਰ ਮਿਲਿਆ, ਤਨਕੀ ਗਈ ਬਲਾਈ ਦਾ ਜਾਪ ਕਰਦੇ ਰਜਾਈਆਂ ਵਿੱਚ ਆ ਵੜਦੇ ਹਨ। ਮਾਘੀ ਵਾਲੇ ਦਿਨ ਮੁੰਡੇ ਕੁੜੀਆਂ ਨੂੰ ਨਹਾਉਣ ਦੀ ਪਿਰਤ ਪਾਉਣ ਲਈ ਕਈ ਕਿਸਮ ਦੇ ਲਾਲਚਾਂ ਦੇ ਚੋਗੇ ਖਿਲਾਰੇ ਜਾਂਦੇ ਹਨ। ਅਖੇ ਜਿਹੜਾ ਮੁੰਡਾ ਕੁੜੀ ਪਹਿਰ ਦੇ ਤੜਕੇ ਨਹਾਵੇਗਾ ਉਸ ਦੇ ਵਾਲ ਸੋਨੇ ਦੇ ਹੋ ਜਾਣਗੇ, ਜਿਹੜਾ ਪੌ ਫੁੱਟਦੀ ਨਾਲ ਨਹਾਵੇਗਾ ਉਸ ਦੇ ਚਾਂਦੀ ਦੇ। ਪ੍ਰਸ਼ਨ ਨੰਬਰ 1, ਮਾਘੀ ਦਾ ਤਿਉਹਾਰ ਕਦੋਂ ਹੁੰਦਾ ਹੈ? ਆਪਾਂ ਨੂੰ ਇਸ ਪ੍ਰਸ਼ਨ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਪਹਿਲਾ ਹੈ ਲੋਹੜੀ ਤੋਂ 5ਵੇਂ ਦਿਨ, ਦੂਸਰਾ ਆਪਸ਼ਨ ਹੈ ਲੋਹੜੀ ਤੋਂ ਅਗਲੇ ਦਿਨ, ਤੀਸਰਾ ਆਪਸ਼ਨ ਹੈ ਲੋਹੜੀ ਤੋਂ 1 ਦਿਨ ਪਹਿਲਾਂ, ਚੌਥਾ ਆਪਸ਼ਨ ਹੈ ਲੋਹੜੀ ਤੋਂ ਹਫ਼ਤਾ ਮਗਰੋਂ। ਤਾਂ ਮਾਘੀ ਦਾ ਤਿਉਹਾਰ ਕਦੋਂ ਹੁੰਦਾ ਹੈ? ਲੋਹੜੀ ਤੋਂ ਅਗਲੇ ਦਿਨ। ਪਹਿਲੇ ਪ੍ਰਸ਼ਨ ਦਾ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 2, ਲੋਕ ਪੋਹ ਦੇ ਮਹੀਨੇ ਵਿਆਹ ਕਿਉਂ ਨਹੀਂ ਕਰਦੇ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ। ਪਹਿਲਾ ਧੁੰਦ ਹੋਣ ਕਾਰਨ, ਦੂਸਰਾ ਦਿਨ ਵੱਡੇ ਹੋਣ ਕਾਰਨ, ਤੀਸਰਾ ਠੰਡਾ ਮਹੀਨਾ ਹੋਣ ਕਾਰਨ, ਚੌਥਾ ਇਸ ਮਹੀਨੇ ਕੰਮ ਵਧੇਰੇ ਹੋਣ ਕਾਰਨ। ਤਾਂ ਜਿਹੜੇ ਲੋਕ ਨੇ ਆਮ ਤੌਰ ਤੇ ਪੋਹ ਦੇ ਮਹੀਨੇ ਵਿਆਹ ਕਿਉਂ ਨਹੀਂ ਕਰਦੇ? ਠੰਡਾ ਮਹੀਨਾ ਹੋਣ ਕਰਕੇ ਨਹੀਂ ਕਰਦੇ। ਤਾਂ ਦੂਸਰੇ ਸਵਾਲ ਦਾ ਆਪਸ਼ਨ 3, ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ, ਠੰਡਾ ਮਹੀਨਾ ਹੋਣ ਕਾਰਨ। ਪ੍ਰਸ਼ਨ ਨੰਬਰ 3, ਕਿਹੜੇ ਮਹੀਨੇ ਦਾਨ ਪੁੰਨ ਕਰਨ ਦਾ ਬਹੁਤਾ ਲਾਭ ਮਿਲਦਾ ਹੈ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਗਏ ਨੇ। ਪਹਿਲਾ ਪੋਹ ਤੋਂ ਪਹਿਲਾਂ, ਦੂਸਰਾ ਆਪਸ਼ਨ ਹੈ ਪੋਹ ਦੇ ਮਹੀਨੇ, ਤੀਸਰਾ ਆਪਸ਼ਨ ਹੈ ਮਾਘ ਤੋਂ ਮਗਰੋਂ, ਚੌਥਾ ਆਪਸ਼ਨ ਹੈ ਮਾਘ ਦੇ ਮਹੀਨੇ। ਤਾਂ ਕਿਹੜੇ ਮਹੀਨੇ ਦਾਨ ਪੁੰਨ ਕਰਨ ਦਾ ਬਹੁਤਾ ਲਾਭ ਮਿਲਦਾ ਹੈ? ਮਾਘ ਦੇ ਮਹੀਨੇ 'ਚ। ਤਾਂ ਤੀਸਰੇ ਪ੍ਰਸ਼ਨ ਦਾ ਆਪਸ਼ਨ ਚੌਥਾ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 4, ਸਭ ਤੋਂ ਵੱਡਾ ਦਾਨ ਕਿਹੜਾ ਮੰਨਿਆ ਜਾਂਦਾ ਹੈ? ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ। ਪਹਿਲਾ ਆਪਸ਼ਨ ਹੈ ਕੰਨਿਆਦਾਨ, ਦੂਸਰਾ ਧਨ ਦਾਨ, ਤੀਸਰਾ ਤੀਰਥ ਇਸ਼ਨਾਨ, ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਭ ਤੋਂ ਵੱਡਾ ਦਾਨ ਕਿਹੜਾ ਮੰਨਿਆ ਜਾਂਦਾ ਹੈ? ਕੰਨਿਆਦਾਨ। ਚੌਥੇ ਸਵਾਲ ਦਾ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 5, ਮਾਘੀ ਵਾਲੇ ਦਿਨ ਨਹਾਉਣ ਲਈ ਕੀ ਲਾਲਚ ਦਿੱਤੇ ਜਾਂਦੇ ਹਨ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਗਏ ਨੇ। ਪਹਿਲਾ ਬਹੁਤ ਸਾਰਾ ਧਨ ਮਿਲੇਗਾ, ਦੂਸਰਾ ਮਨ ਦੀ ਮੁਰਾਦ ਪੂਰੀ ਹੋਏਗੀ, ਤੀਸਰਾ ਆਪਸ਼ਨ ਹੈ ਬਾਲ ਸੋਨੇ ਦੇ ਹੋ ਜਾਣਗੇ, ਚੌਥਾ ਬਹੁਤ ਛੇਤੀ ਨੌਕਰੀ ਲੱਗ ਜਾਵੇਗੀ। ਤਾਂ ਮਾਘੀ ਵਾਲੇ ਦਿਨ ਨਹਾਉਣ ਲਈ ਜਿਹੜੇ ਮੁੰਡੇ ਕੁੜੀਆਂ ਨੂੰ ਲਾਲਚ ਦਿੱਤੇ ਜਾਂਦੇ ਨੇ ਉਹ ਹੈ ਜਿਹੜੇ ਉਹਨਾਂ ਦੇ ਵਾਲ ਹੈ ਉਹ ਸੋਨੇ ਦੇ ਹੋ ਜਾਣਗੇ। ਤਾਂ ਪ੍ਰਸ਼ਨ ਨੰਬਰ 5 ਦਾ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ। ਪੈਰਾ ਪੜ੍ਹ ਕੇ 6 ਤੋਂ 10 ਤੱਕ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ। ਭਾਰਤ ਦੇ ਪੌਣ ਪਾਣੀ ਅਤੇ ਜਲਵਾਯੂ ਦੀ ਦੇਣ ਬਾਰੀ-ਬਾਰੀ ਆਉਣ ਵਾਲੀਆਂ ਰੁੱਤਾਂ ਹਨ। ਇਹਨਾਂ ਵਿੱਚੋਂ ਬਸੰਤ ਰੁੱਤ ਸਭ ਤੋਂ ਉੱਤਮ ਅਤੇ ਰੁੱਤਾਂ ਦੀ ਰਾਣੀ ਹੈ। ਇਹ ਬਹੁਤ ਹੀ ਸੁਹਾਵਣੀ ਹੁੰਦੀ ਹੈ, ਨਾ ਬਹੁਤੀ ਗਰਮੀ ਨਾ ਪਾਲਾ। ਇਸ ਸਮੇਂ
ਨਵੀਆਂ ਕਰੁੰਬਲਾਂ, ਨਵੀਆਂ ਟਾਹਣੀਆਂ, ਨਵੇਂ ਪੱਤੇ ਅਤੇ ਫੁੱਲ ਖਿੜਦੇ ਹਨ। ਸਾਰੀ ਕੁਦਰਤ ਇੱਕ ਸਜ ਵਿਆਹੀ ਨਾਰ ਵਾਂਗ ਨਜ਼ਰ ਆਉਂਦੀ ਹੈ। ਹਰ ਪਾਸੇ ਬੰਨ ਸਬੰਨੇ ਫੁੱਲ, ਬਾਗਾਂ ਵਿੱਚ ਨਵੀਂ ਬਹਾਰ, ਕੋਇਲਾਂ ਦੀ ਮਿੱਠੀ ਕੂ-ਕੂ ਮਨਾਂ ਅੰਦਰ ਇੱਕ ਨਵੀਂ ਰੂਹ ਫੂਕ ਦਿੰਦੀ ਹੈ। ਭੌਰੇ, ਤਿਤਲੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਬਜਟ ਵਿੱਚ ਆ ਕੇ ਫੁੱਲਾਂ ਦੁਆਲੇ ਨੱਚਦੇ ਮੰਡਰਾਉਂਦੇ ਹਨ। ਇੰਜ ਲੱਗਦਾ ਹੈ ਜਿਵੇਂ ਮੁਰਦਾ ਰੂਹਾਂ ਮੁੜ ਸੁਰਜੀਤ ਹੋ ਉੱਠੀਆਂ ਹੋਣ। ਲੋਕ ਖੁਸ਼ੀ ਵਿੱਚ ਆ ਕੇ ਸੁਭਾਵਕ ਹੀ ਲੋਕ ਗੀਤ ਗਾਉਂਦੇ ਹਨ, ਜਿਨ੍ਹਾਂ ਵਿੱਚ ਇਸ ਰੁੱਤ ਦੀ ਮਹਿਮਾ ਨੂੰ ਵਡਿਆਇਆ ਹੁੰਦਾ ਹੈ। ਇਸ ਰੁੱਤ ਦਾ ਪ੍ਰਭਾਵ ਸਾਡੇ ਗੁਰੂਆਂ, ਪੀਰਾਂ, ਕਵੀਆਂ ਤੇ ਸਾਹਿਤਕਾਰਾਂ ਨੇ ਵੀ ਕਬੂਲਿਆ ਹੈ। ਹਰ ਇੱਕ ਨੇ ਬਸੰਤ ਰੁੱਤ ਦੀ ਸੁੰਦਰਤਾ ਦੀ ਮਹਿਮਾ ਗਾਈ ਹੈ ਅਤੇ ਮਨ ਦੀਆਂ ਉਮੰਗਾਂ ਨੂੰ ਕਵਿਤਾਵਾਂ ਰਾਹੀਂ ਬਿਆਨਿਆ ਹੈ। ਪ੍ਰਸ਼ਨ ਨੰਬਰ 6 ਹੈ, ਭਾਰਤ ਵਿੱਚ ਰੁੱਤਾਂ ਦੀ ਰਾਣੀ ਕਿਹੜੀ ਰੁੱਤ ਹੈ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਗਰਮੀ ਦੀ ਰੁੱਤ, ਦੂਸਰਾ ਆਪਸ਼ਨ ਹੈ ਬਰਸਾਤ ਦੀ ਰੁੱਤ, ਤੀਸਰਾ ਆਪਸ਼ਨ ਹੈ ਬਸੰਤ ਰੁੱਤ, ਚੌਥਾ ਆਪਸ਼ਨ ਹੈ ਸਰਦੀ ਦੀ ਰੁੱਤ। ਤਾਂ ਭਾਰਤ ਵਿੱਚ ਰੁੱਤਾਂ ਦੀ ਰਾਣੀ ਕਿਹੜੀ ਰੁੱਤ ਹੈ? ਬਸੰਤ ਰੁੱਤ। ਤਾਂ ਪ੍ਰਸ਼ਨ ਨੰਬਰ 6 ਦਾ ਆਪਸ਼ਨ ਨੰਬਰ 3 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 7, ਬਾਗਾਂ ਵਿੱਚ ਕਿਸ ਦੀ ਮਿੱਠੀ ਆਵਾਜ਼ ਸੁਣਾਈ ਦਿੰਦੀ ਹੈ? ਇਸ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਆਪਸ਼ਨ ਹੈ ਮੱਖੀਆਂ ਦੀ, ਦੂਸਰਾ ਕੋਇਲਾਂ ਦੀ, ਤੀਸਰਾ ਤਿਤਲੀਆਂ ਦੀ, ਚੌਥਾ ਭੌਰਿਆਂ ਦੀ। ਤਾਂ ਬਾਗਾਂ ਵਿੱਚ ਆਪਾਂ ਨੂੰ ਕਿਸ ਦੀ ਮਿੱਠੀ ਆਵਾਜ਼ ਸੁਣਾਈ ਦਿੰਦੀ ਹੈ? ਕੋਇਲਾਂ ਦੀ। ਤਾਂ ਇਸ ਪ੍ਰਸ਼ਨ ਦਾ ਆਪਸ਼ਨ ਨੰਬਰ 2 ਬਿਲਕੁਲ ਸਹੀ ਹੈ। ਪ੍ਰਸ਼ਨ 8ਵਾਂ, ਬਸੰਤ ਰੁੱਤ ਸਮੇਂ ਕੁਦਰਤ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ? ਇਸ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਸਜ ਵਿਆਹੀ ਨਾਰ ਵਾਂਗ, ਦੂਜਾ ਪਹਾੜਾਂ ਦੀ ਸੁੰਦਰਤਾ ਵਾਂਗ, ਤੀਜਾ ਸਜ ਵਿਆਹੇ ਲੜਕੇ ਵਾਂਗ, ਚੌਥਾ ਬਾਗਾਂ ਦੀ ਸੁੰਦਰਤਾ ਵਾਂਗ। ਬਸੰਤ ਰੁੱਤ ਸਮੇਂ ਕੁਦਰਤ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ? ਆਪਾਂ ਨੂੰ ਬਸੰਤ ਰੁੱਤ ਸਜ ਵਿਆਹੀ ਨਾਰ ਵਾਂਗ ਦਿਖਾਈ ਦਿੰਦੀ ਹੈ। ਤਾਂ 8ਵੇਂ ਸਵਾਲ ਦਾ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 9, ਬਸੰਤ ਦੀ ਮਹਿਮਾ ਦੀ ਵਡਿਆਈ ਕਿੱਥੇ ਕੀਤੀ ਗਈ ਹੈ? ਇਸ ਦਾ ਆਪਸ਼ਨ ਹੈ, ਪਹਿਲਾ ਆਪਸ਼ਨ ਹੈ ਲੋਕ ਮਨਾਂ ਵਿੱਚ, ਦੂਸਰਾ ਆਪਸ਼ਨ ਹੈ ਵੱਡੇ ਵੱਡੇ ਇਕੱਠਾਂ ਵਿੱਚ, ਤੀਸਰਾ ਆਪਸ਼ਨ ਹੈ ਵਿਦੇਸ਼ਾਂ ਵਿੱਚ, ਚੌਥਾ ਹੈ ਲੋਕ ਗੀਤਾਂ ਵਿੱਚ। ਤਾਂ ਬਸੰਤ ਦੀ ਜਿਹੜੀ ਮਹਿਮਾ ਹੈ ਉਸ ਦੀ ਵਡਿਆਈ ਕਿੱਥੇ ਕੀਤੀ ਗਈ ਹੈ? ਲੋਕ ਗੀਤਾਂ ਵਿੱਚ। 9ਵੇਂ ਪ੍ਰਸ਼ਨ ਦਾ ਆਪਸ਼ਨ ਨੰਬਰ 4 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 10, ਬਸੰਤ ਰੁੱਤ ਦਾ ਪ੍ਰਭਾਵ ਕਿਸ ਕਿਸ ਨੇ ਕਬੂਲਿਆ ਹੈ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਆਪਸ਼ਨ ਹੈ ਗੁਰੂਆਂ ਤੇ ਪੀਰਾਂ ਨੇ, ਦੂਸਰਾ ਆਪਸ਼ਨ ਹੈ ਕਵੀਆਂ ਨੇ, ਤੀਸਰਾ ਆਪਸ਼ਨ ਹੈ ਸਾਹਿਤਕਾਰਾਂ ਨੇ, ਚੌਥਾ ਆਪਸ਼ਨ ਹੈ ਉਪਰੋਕਤ ਸਾਰਿਆਂ ਨੇ। ਤਾਂ ਬੱਚਿਓ, ਬਸੰਤ ਰੁੱਤ ਦਾ ਪ੍ਰਭਾਵ ਕਿਸ ਕਿਸ ਨੇ ਕਬੂਲਿਆ ਹੈ? ਗੁਰੂਆਂ ਤੇ ਪੀਰਾਂ ਨੇ ਕਬੂਲਿਆ ਹੈ, ਕਵੀਆਂ ਨੇ ਵੀ ਕਬੂਲਿਆ ਹੈ, ਸਾਹਿਤਕਾਰਾਂ ਨੇ ਵੀ ਕਬੂਲਿਆ ਹੈ। ਤਾਂ ਇਸ ਸਵਾਲ ਦਾ ਆਪਸ਼ਨ ਨੰਬਰ 4 ਉਪਰੋਕਤ ਸਾਰਿਆਂ ਨੇ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 11, ਕਿਹੜਾ ਸ਼ਬਦ ਭਾਵਵਾਚਕ ਨਾਮ ਹੈ? ਇਸ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਲੜਕੀ, ਦੂਸਰਾ ਟੋਕਰੀ, ਤੀਸਰਾ ਸਤਲੁਜ, ਚੌਥਾ ਸੱਚਾਈ। ਤਾਂ ਇਹਨਾਂ ਵਿੱਚੋਂ ਕਿਹੜਾ ਭਾਵਵਾਚਕ ਨਾਮ ਹੈ? ਆਪਸ਼ਨ ਨੰਬਰ 4 ਸੱਚਾਈ, ਕਿਉਂਕਿ ਸੱਚਾਈ ਨੂੰ ਅਸੀਂ ਦੇਖ ਨਹੀਂ ਸਕਦੇ, ਕੇਵਲ ਮਹਿਸੂਸ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 12, ਖੁਰਪਾ ਦਾ ਸਮਾਨਾਰਥਕ ਸ਼ਬਦ ਚੁਣੋ। ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਆਪਸ਼ਨ ਹੈ ਰੰਬਾ, ਦੂਸਰਾ ਆਪਸ਼ਨ ਹੈ ਕੁਹਾੜਾ, ਤੀਸਰਾ ਆਪਸ਼ਨ ਹੈ ਹਥੌੜਾ, ਚੌਥਾ ਆਪਸ਼ਨ ਹੈ ਕਹੀ। ਤਾਂ ਖੁਰਪਾ ਦਾ ਸਮਾਨਾਰਥਕ ਸ਼ਬਦ ਹੈ ਰੰਬਾ। ਪ੍ਰਸ਼ਨ ਨੰਬਰ 12 ਦਾ ਆਪਸ਼ਨ ਨੰਬਰ 1 ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 13, ਕੀ ਮੈਂ ਸਕੂਲ ਜਾਵਾਂਗਾ? ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਸ਼ਰਾਮ ਚਿੰਨ੍ਹ ਆਵੇਗਾ? ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਹੈ ਡੰਡੀ, ਦੂਸਰਾ ਕੌਮਾ, ਤੀਸਰਾ ਬਿਸਮਿਕ ਚਿੰਨ੍ਹ, ਚੌਥਾ ਪ੍ਰਸ਼ਨ ਚਿੰਨ੍ਹ। ਤਾਂ ਬੱਚਿਓ, ਇਹਦੇ ਵਿੱਚ ਸਵਾਲ ਪੁੱਛਿਆ ਗਿਆ ਹੈ ਕਿ ਕੀ ਮੈਂ ਸਕੂਲ ਜਾਵਾਂਗਾ?
इसलिए इस वाक के अंत विच प्रश्नवाचक जिहड़ा चिन्ह है प्रश्न चिन्ह विश्राम चिन्ह आवेगा। तो प्रश्न नंबर 13 का ऑप्शन नंबर 4 बिल्कुल सही है। प्रश्न नंबर 14 अखबार विच किस प्रकार की भाषा की वरतों हुंदी है। इस दे आपां नूं ऑप्शन दिते है, पहला मौखिक भाषा की, दूसरा उपभाषा की, तीसरा साहित्यक या टकसाली भाषा की, चौथा इन्हां विचों कोई नहीं। तो बच्चों अखबार विच किस प्रकार की भाषा की वरतों हुंदी है, साहित्यक या टकसाली भाषा की। तो प्रश्न नंबर 14 का ऑप्शन नंबर 3 बिल्कुल सही है। प्रश्न नंबर 15 बच्चा किताब पढ़ता है, वाक विचों किरिया शब्द चुनो। आपां नूं इस दे ऑप्शन दिते ने, पहला ऑप्शन है बच्चा, दूसरा इन्हां विचों कोई नहीं, तीसरा पढ़ता है, चौथा किताब। तो बच्चा किताब पढ़ता है, ਜਿਹੜੇ शब्द तो आपां नूं किसी काम दे होण दा बोध हुंदा है उसनूं आपां किरिया कहंदे आ। तो इस शब्द दे विच किहड़े शब्द तो किरिया दे होण दा पता लग रहा है, किसी काम दे होण दा पता लग रहा है पढ़दा है तो, इस करके इस दा जो उत्तर है ऑप्शन नंबर 3 है। प्रश्न नंबर 16 मैं सूरज दी बेटी राणी, इस वाक विच मैं शब्द की है। आपां नूं इस दे ऑप्शन दिते ने, ऑप्शन नंबर 1 है नाम, ऑप्शन नंबर 2 है विशेषण, ऑप्शन नंबर 3 है पड़नाम, ऑप्शन नंबर 4 है किरिया। मैं सूरज दी बेटी राणी, इस वाक विच मैं शब्द की है, ये पड़नाम है। जो शब्द नाम के स्थान पर वरते जाते हैं उन्होंने आपां की आखदे हां, पड़नाम। पंजाबी विच पड़नाम दीयां 6 किस्मां हन। पहला है पुरखवाचक पड़नाम, दूसरा निजवाचक पड़नाम, तीजा संबंधवाचक पड़नाम, चौथा प्रश्नवाचक पड़नाम, पंजवां निश्चयवाचक पड़नाम ਅਤੇ ਛੇਵਾਂ अनिश्चयवाचक पड़नाम। प्रश्न नंबर 17 पिंड पद्धर ते चल रही भलाई स्कीमां की जानकारी लैण लई तुसीं किस नूं बिने पत्र लिखोगे। तो आपां नूं इस दे ऑप्शन दिते ने, पहला पुलिस विभाग नूं, दूसरा पंचायत विभाग नूं, तीसरा सिक्ख्या विभाग नूं, चौथा डाक विभाग नूं। तो पिंड पद्धर ते चल रही भलाई स्कीमां की जानकारी लैण लई आपां किस नूं बिने पत्र लिखांगे, पंचायत विभाग नूं। तो बच्चों प्रश्न नंबर 17 का ऑप्शन नंबर 2 बिल्कुल सही है। प्रश्न नंबर 18 ਜਿਹੜਾ कदे ना थके उसनूं कहंदे हन। आपां नूं इस दे ऑप्शन दिते ने, पहला ऑप्शन है अणथक, दूसरा ढीठ, तीसरा नास्तिक, चौथा अटुट। ਜਿਹੜਾ कदे ना थके उसनूं आपां की आखदे आ, अणथक। ਢੀਠ ਜਿਹਦੇ ਤੇ कोई गल दा असर ना होवे, नास्तिक ਜਿਹੜਾ परमात्मा नूं ना मन्ने, अटुट जो टुट ना सके। प्रश्न नंबर 19 ਇੱਟ ਨਾਲ ਇੱਟ ਖੜਕਾਉਣਾ ਹੇਠ ਦਿੱਤਿਆਂ ਵਿੱਚੋਂ ਕੀ ਹੈ। ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਮੁਹਾਵਰਾ, दूसरा अखाण, तीसरा उपवाक, चौथा वाकंश। तो ਇੱਟ ਨਾਲ ਇੱਟ ਖੜਕਾਉਣਾ ਹੇਠ ਦਿੱਤਿਆਂ ਵਿੱਚੋਂ ਕੀ है, ਇਹ ਇੱਕ ਮੁਹਾਵਰਾ है। तो प्रश्न नंबर 19 का ऑप्शन नंबर 1 बिल्कुल सही है। प्रश्न नंबर 20 जेकर मुंडे का इस्त्री लिंग कुड़ी है तो गभरू का इस्त्री लिंग की होवेगा। आपां नूं इस सवाल के ऑप्शन दिते ने, पहला ऑप्शन है तीवी, दूसरा जनानी, तीसरा औरत, चौथा मुटियार। तो गभरू का इस्त्री लिंग की होवेगा, मुटियार। तो प्रश्न नंबर 20 का ऑप्शन नंबर 4 बिल्कुल सही है। प्यारे बच्चों तुसी इस वीडियो के डिस्क्रिप्शन बॉक्स नूं जरूर चैक करना है। इस विच तुहानूं हिंदी के शब्द, वर्णमाला, निबंध, प्रार्थना पत्र, कहानियां, नमूना प्रश्न पत्र, टिप्स एंड ट्रिक्स, पैस के फाइनल पेपरां के सल्यूशन आदि प्ले लिस्टां के लिंक मिल जाणगे। उत्थे जाके तुसी अपने मनपसंद टॉपिक की तैयारी कर सकते हो। तो तुसी इस वीडियो नूं लाइक करना है, कमेंट करना है, ਅਤੇ कमेंट ਦੇ ਵਿੱਚ ਤੁਸੀਂ ਜੇਕਰ ਤੁਹਾਡੇ ਵੱਲੋਂ कोई सुझाव है वह भी लिखना है।
ਅਤੇ ਆਪਣੀ ਜਮਾਤ ਦੇ ਦੂਸਰੇ ਵਿਦਿਆਰਥੀਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ। ਗਰਚਾ ਸਟੱਡੀ ਪੁਆਇੰਟ ਚੈਨਲ ਸਬਸਕ੍ਰਾਈਬ ਕਰਕੇ ਬੈਲ ਦੇ ਆਈਕਨ ਨੂੰ ਜ਼ਰੂਰ ਦਬਾਉਣਾ ਹੈ ਤਾਂ ਕਿ ਭਵਿੱਖ ਵਿੱਚ ਇਸ ਚੈਨਲ 'ਤੇ ਅਪਲੋਡ ਹੋਣ ਵਾਲੀਆਂ ਸਿੱਖਿਆਦਾਇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ।